ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦੀ ਰਚਨਾ 12ਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। 12ਵਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਗ ਤੁਖਾਰੀ ਵਿੱਚ ਲਿਖੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਸ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ 12 ਜੋ ਦੇਸੀ ਮਹੀਨੇ ਹਨ, ਸਾਲ ਦੇ ਵਿੱਚ 12 ਦੇਸੀ ਮਹੀਨਿਆਂ ਨੂੰ ਆਧਾਰ ਬਣਾ ਕੇ ਮਨੁੱਖੀ ਮਨ ਦੀ ਅਵਸਥਾ ਨੂੰ ਬਿਆਨ ਕੀਤਾ ਹੈ ਕਿ ਜੀਵ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜਾਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕੁਦਰਤੀ ਜੋ ਵਾਤਾਵਰਨ ਹੈ ਉਸ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਭਾਵ ਜੋ ਬਾਹਰੀ ਵਾਤਾਵਰਨ ਹੈ ਉਹ ਮਨੁੱਖ ਦੀ ਮਾਨਸਿਕ ਸਥਿਤੀ ਨੂੰ ਵੀ ਪੇਸ਼ ਕਰਦਾ ਹੈ ਜਾਂ ਬਦਲ ਸਕਣ ਦੀ ਸਮਰੱਥਾ ਰੱਖਦਾ ਹੈ। ਸੋ ਚੇਤ ਬਸੰਤ ਭਲਾ ਭਵਰ ਸੁਹਾਵੜੇ, ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਚੇਤ ਦਾ ਮਹੀਨਾ ਜੋ ਹੈ, ਜਿਸ ਮਹੀਨੇ ਦੇ ਵਿੱਚ ਬਸੰਤ ਰੁੱਤ ਜੋ ਹੈ ਆਪਣੇ ਪੂਰੇ ਜੌਬਨ 'ਤੇ ਹੁੰਦੀ ਹੈ। ਚੇਤ ਬਸੰਤ ਭਲਾ, ਬੜਾ ਸੋਹਣਾ ਲੱਗਦਾ ਹੈ ਇਹ ਮਹੀਨਾ, ਕਿਉਂਕਿ ਇਸ ਮਹੀਨੇ ਦੇ ਵਿੱਚ ਕੁਦਰਤ ਆਪਣੇ ਪੂਰੇ ਜੌਬਨ 'ਤੇ ਹੁੰਦੀ ਹੈ। ਚਾਰ ਚੁਫੇਰੇ ਖੇੜਾ ਹੁੰਦਾ ਹੈ, ਪੁੰਗਾਰਾ ਫੁੱਟਿਆ ਹੁੰਦਾ ਹੈ, ਰੁੱਖਾਂ ਦੇ ਵਿੱਚ ਫੁੱਲ ਬੂਟੇ ਪੂਰੇ ਹਰਿਆਵਲ ਦੇ ਨਾਲ ਮਹਿਕ ਰਹੇ ਹੁੰਦੇ ਹਨ। ਭਵਰ ਸੁਹਾਵੜੇ, ਔਰ ਉਹਨਾਂ ਫੁੱਲਾਂ ਦੇ ਉੱਤੇ ਭੌਂਦੇ ਹੋਏ ਭਵਰੇ ਜੋ ਹਨ ਉਹ ਬੜਾ ਮਧੁਰ ਸੰਗੀਤ, ਇੱਕ ਗੂੰਜ ਰਹੀ ਹੈ। ਉਹਨਾਂ ਦਾ ਸੰਗੀਤ ਜੋ ਹੈ ਪੂਰੀ ਕਾਇਨਾਤ ਦੇ ਵਿੱਚ, ਕੁਦਰਤ ਦੇ ਵਿੱਚ, ਵਾਤਾਵਰਨ ਦੇ ਵਿੱਚ ਫੈਲਿਆ ਹੋਇਆ ਵਾਤਾਵਰਨ ਨੂੰ ਜਾਂ ਕੁਦਰਤ ਨੂੰ ਹੋਰ ਵੀ ਸੋਹਣਾ ਬਣਾ ਰਿਹਾ, ਖੂਬਸੂਰਤ ਬਣਾ। ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਾਹੁੜੈ, ਇਸ ਕੁਦਰਤੀ ਦ੍ਰਿਸ਼ ਨੂੰ ਦੇਖਦਿਆਂ ਹੋਇਆਂ ਜੀਵ ਰੂਪੀ ਇਸਤਰੀ ਕਹਿ ਰਹੀ ਹੈ ਕਿ ਬਨ ਫੂਲੇ ਮੰਝ ਬਾਰ ਮੈਂ, ਕਿ ਜਿਸ ਤਰ੍ਹਾਂ ਬਾਹਰੀ ਵਣਸਪਤੀ ਜੋ ਹੈ ਫੁੱਲੀ ਹੋਈ ਹੈ, ਪੂਰੇ ਜੌਬਨ 'ਤੇ ਹੈ, ਖੇੜੇ ਵਿੱਚ ਹੈ, ਉਸੇ ਤਰ੍ਹਾਂ ਜੇਕਰ ਮੇਰੇ ਮਨ ਰੂਪੀ ਮੰਝ ਯਾਨੀ ਕਿ ਮੇਰੇ ਮਨ ਰੂਪੀ ਬਾਰ ਮੀਨ ਵਿਹੜੇ ਦੇ ਵਿੱਚ ਜਾਂ ਮਨ ਰੂਪੀ ਘਰ ਦੇ ਵਿੱਚ ਵੀ ਜੇਕਰ ਪ੍ਰਭੂ ਰੂਪੀ ਪਰਮਾਤਮਾ ਦਾ ਪ੍ਰਵੇਸ਼ ਹੋਵੇ, ਭਾਵ ਪਰਮਾਤਮਾ ਜੋ ਹੈ ਜੀਵ ਰੂਪੀ ਆਤਮਾ ਦੇ ਉੱਪਰ ਮਿਹਰ ਕਰਕੇ ਉਸ ਨੂੰ ਆਪਣੇ ਦੀਦਾਰ ਬਖਸ਼ੇ, ਤਾਂ ਉਸ ਦਾ ਮਨ ਜੋ ਹੈ ਜਾਂ ਹਿਰਦਾ ਜੋ ਹੈ ਉਹ ਵੀ ਖੇੜਿਆਂ ਖੁਸ਼ੀਆਂ ਦੇ ਨਾਲ ਭਰਪੂਰ ਹੋ ਜਾਵੇ। ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਾਹੁੜੈ, ਭਾਵ ਜਦੋਂ ਪ੍ਰਭੂ ਰੂਪੀ ਪਰਮਾਤਮਾ ਪਿਰ ਯਾਨੀ ਕਿ ਪਰਮਾਤਮਾ ਰੂਪੀ ਪਤੀ ਜੋ ਹੈ, ਇੱਥੇ ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹਾਂਗੀ ਕਿ ਜਦੋਂ ਅਸੀਂ ਸੂਫੀ ਕਾਵਿ ਕਰ ਰਹੇ ਹਾਂ ਤਾਂ ਉੱਥੇ ਜੋ ਪ੍ਰਤੀਕ ਹੈ ਉਹ ਹੈ ਪ੍ਰੇਮੀ ਅਤੇ ਪ੍ਰੇਮਿਕਾ ਦਾ, ਪ੍ਰੇਮੀ ਪ੍ਰੇਮਿਕਾ ਦਾ ਹੈ, ਯਾਨੀ ਕਿ ਪਰਮਾਤਮਾ ਜੋ ਹੈ ਉਹ ਪ੍ਰੇਮੀ ਹੈ ਅਤੇ ਜੀਵ ਪ੍ਰੇਮਿਕਾ ਹੈ। ਪਰ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਦੇ ਵਿੱਚ ਇਹੀ ਪ੍ਰਤੀਕ ਜੋ ਹੈ ਉਹ ਆਤਮਾ ਅਤੇ ਪਰਮਾਤਮਾ ਦਾ ਹੋ ਲਿਬੜਦਾ ਹੈ। ਆਤਮਾ ਅਤੇ ਪਰਮਾਤਮਾ, ਭਾਵ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ, ਜੀਵ ਦੀ ਮਨੋਸਥਿਤੀ ਨੂੰ ਬਿਆਨ ਕਰ ਰਹੇ ਨੇ ਕਿ ਬਨ ਫੂਲੇ ਮੰਝ ਬਾਰ ਮੈਂ ਪਿਰ ਘਰ ਬਾਹੁੜੈ। ਪਿਰ ਯਾਨੀ ਕਿ ਉਹ ਪ੍ਰਭੂ ਰੂਪੀ ਪਤੀ ਜੋ ਹੈ ਜੇਕਰ ਜੀਵ ਰੂਪੀ ਇਸਤਰੀ ਦੇ ਮਨ ਜਾਂ ਹਿਰਦੇ ਰੂਪੀ ਵਿਹੜੇ ਦੇ ਵਿੱਚ ਪ੍ਰਵੇਸ਼ ਕਰਦਾ, ਬੌੜਦਾ ਹੈ, ਦੀਦਾਰ ਦਿੰਦਾ ਹੈ, ਤਾਂ ਉਸ ਦਾ ਵਿਹੜਾ ਵੀ ਜੋ ਹੈ ਮਨ ਜਾਂ ਹਿਰਦਾ ਜੋ ਹੈ ਖੁਸ਼ੀਆਂ ਖੇੜਿਆਂ ਦੇ ਨਾਲ ਭਰਪੂਰ ਹੋ ਸਕਦਾ ਹੈ। ਪਿਰ ਘਰ ਨਹੀਂ ਆਵੈ ਧਨ ਕਿਉਂ ਸੁਖ ਪਾਵੈ, ਫਰਮਾ ਰਹੇ ਨੇ ਕਿ ਪਿਰ ਯਾਨੀ ਕਿ ਜੇਕਰ ਪ੍ਰਭੂ ਰੂਪੀ ਪਤੀ ਜੋ ਹੈ ਘਰ ਮਨ ਰੂਪੀ ਘਰ ਦੇ ਵਿੱਚ ਨਹੀਂ ਆਉਂਦਾ, ਵਿਹੜੇ ਵਿੱਚ ਹਿਰਦੇ ਵਿੱਚ ਪ੍ਰਵੇਸ਼ ਨਹੀਂ ਕਰਦਾ, ਧਨ ਯਾਨੀ ਕਿ ਉਹ ਜੀਵ ਰੂਪੀ ਇਸਤਰੀ ਜੋ ਹੈ ਉਹ ਕਿਵੇਂ ਸੁਖ ਪਾ ਸਕਦੀ ਹੈ, ਕਿਵੇਂ ਖੁਸ਼ੀਆਂ ਮਾਣ ਸਕਦੀ ਹੈ, ਇਸ ਸੰਸਾਰਿਕ ਜੋ ਹੈ ਸੰਸਾਰ ਦੇ ਉੱਪਰ ਰਹਿੰਦਿਆਂ ਹੋਇਆਂ ਉਹ ਕਿਵੇਂ ਖੁਸ਼ੀਆਂ ਖੇੜਿਆਂ ਨੂੰ ਅਨੁਭਵ ਕਰ ਸਕਦੀ ਹੈ ਜੇਕਰ ਉਸ ਦਾ ਪਤੀ ਰੂਪੀ ਪਰਮਾਤਮਾ ਹੀ ਉਸ ਤੋਂ ਦੂਰ ਹੈ, ਵਿਛੜਿਆ ਹੋਇਆ ਹੈ। ਬਿਰਹਿ ਵਿਰੋਧ ਤਨ ਸੀਜੈ, ਫਿਰ ਕਹਿ ਰਹੇ ਨੇ ਕਿ ਉਸ ਪ੍ਰਿਯਤਮ ਪਿਆਰੇ ਦੇ ਬਿਰਹਿ ਦੇ ਵਿੱਚ, ਉਸ ਦੇ ਵਿਛੋੜੇ ਦੇ ਵਿੱਚ ਜੋ ਹੈ ਮਨ ਜੋ ਹੈ ਬੜੀ ਬੇਚੈਨੀ ਦੀ ਅਵਸਥਾ ਦੇ ਵਿੱਚ ਹੈ। ਇੱਥੋਂ ਤੱਕ ਕਿ ਮਨ
ਤਨ ਛਿਜੈ, ਜਿਵੇਂ ਕੱਪੜਾ ਛਿਜ ਜਾਂਦਾ ਹੈ ਖਿੱਚਣ ਦੇ ਨਾਲ, ਠੀਕ ਉਸੇ ਤਰ੍ਹਾਂ ਆਤਮਾ ਤੋਂ ਵਿਛੜੀ ਹੋਈ ਪਰਮਾਤਮਾ ਤੋਂ ਵਿਛੜੀ ਹੋਈ ਜੋ ਆਤਮਾ ਹੈ ਉਸ ਦਾ ਹਿਰਦਾ ਵੀ ਵਿਛੋੜੇ ਦੇ ਕਾਰਨ ਛਿਜ ਰਿਹਾ ਹੈ, ਭਾਵ ਬੜਾ ਦੁਖੀ ਹੈ, ਫਟ ਰਿਹਾ ਹੈ। ਕੋਕਿਲ ਅੰਬ ਸੁਹਾਵੀ ਬੋਲੇ, ਅੰਬ ਦੇ ਰੁੱਖਾਂ ਦੇ ਉੱਤੇ ਬੋਲਦੀ ਹੋਈ ਕੋਇਲ ਜਿਹੜੀ ਹੈ ਬਸੰਤ ਰਿਤੂ ਦੇ ਵਿੱਚ ਬੜੇ ਮਿੱਠੇ ਮਲ੍ਹਾਰ ਰਾਗ ਦੇ ਵਿੱਚ ਗੀਤ ਗਾ ਰਹੀ ਹੈ, ਬਸੰਤ ਰਾਗ ਦੇ ਵਿੱਚ। ਸੋ ਅੰਕ ਸੁਹਾਵੀ ਬੋਲੇ, ਬੜੀ ਸੋਹਣੀ ਲੱਗਦੀ ਹੈ, ਉਸਦੀ ਮਿੱਠੀ ਆਵਾਜ਼ ਜਿਹੜੀ ਹੈ ਉਹ ਬੜੀ ਮਿਠਾਸ ਭਰੀ ਹਿਰਦੇ ਨੂੰ ਟੁੰਬਦੀ ਹੈ। ਪਰ ਉਸ ਹਿਰਦੇ ਨੂੰ ਜਿਹੜਾ ਜਿਸ ਜੀਵ ਰੂਪੀ ਆਤਮਾ ਦਾ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੋ ਚੁੱਕਿਆ ਹੈ, ਉਸੇ ਨੂੰ ਹੀ ਕੋਇਲ ਬੋਲਦੀ ਸੁਹਾਵਣੀ ਲੱਗਦੀ ਹੈ। ਪਰ ਜੋ ਆਪਣੇ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਜੀਵ ਆਤਮਾਵਾਂ ਹਨ, ਉਹਨਾਂ ਦੇ ਹਿਰਦੇ ਜਿਹੜੇ ਨੇ ਉਹ ਇਸ ਮਿੱਠੀ ਆਵਾਜ਼ ਨੂੰ ਸੁਣ ਕੇ ਸਗੋਂ ਹੋਰ ਵਿਆਕੁਲ ਹੋ ਰਹੇ ਨੇ, ਬੇਚੈਨ ਹੋ ਰਹੇ ਨੇ। ਉਹਨਾਂ ਨੂੰ ਇਹ ਕੋਇਲ ਦੀ ਮਿੱਠੀ ਆਵਾਜ਼ ਵੀ ਜਿਹੜੀ ਹੈ ਮੋਹਦੀ ਨਹੀਂ, ਸਗੋਂ ਦੁਖੀ ਕਰਦੀ ਹੈ। ਕਿਉਂ ਦੁੱਖ ਅੰਕ ਸਹੀਜੈ, ਉਹ ਜੀਵ ਰੂਪੀ ਇਸਤਰੀਆਂ ਆਪਣੇ ਪ੍ਰਭੂ ਰੂਪੀ ਪਰਮਾਤਮਾ ਦੇ ਜਾਂ ਪਰਮਾਤਮਾ ਰੂਪੀ ਪਤੀ ਦੇ ਵਿਛੋੜੇ ਦੇ ਵਿੱਚ ਆਪਣੇ ਆਪ ਨੂੰ ਬੜੀਆਂ ਦੁਖੀ, ਇੱਕ ਤਰ੍ਹਾਂ ਦੇ ਨਾਲ ਬੇਚੈਨ ਮਹਿਸੂਸ ਕਰ ਰਹੀਆਂ ਹਨ। ਵਿਛੋੜਾ ਉਹਨਾਂ ਤੋਂ ਜਰਿਆ ਨਹੀਂ ਜਾ ਰਿਹਾ। ਫਿਰ ਉਹਨਾਂ ਦੇ ਮਨੋ ਅਵਸਥਾ ਨੂੰ ਬਿਆਨ ਕਰਦੇ ਹੋਏ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਭਵਰ ਭਵੰਤਾ ਫੂਲੀ ਡਾਲੀ, ਉਹਨਾਂ ਜੀਵਾਤਮਾਵਾਂ ਨੂੰ ਜੋ ਭਵਰਾ ਹੈ ਇਸ ਰੁੱਤ ਦੇ ਵਿੱਚ ਫੁੱਲ ਫੁੱਲ ਤੇ ਡਾਲੀ ਡਾਲੀ ਤੇ ਘੁੰਮਦਾ ਹੋਇਆ ਉਹਨਾਂ ਦਾ ਰਸ ਚੂਸ ਰਿਹਾ ਹੈ, ਕੁਦਰਤ ਦੇ ਖੇੜੇ ਨੂੰ ਮਾਣ ਰਿਹਾ ਹੈ। ਭਵਰ ਭਵੰਤਾ ਫੂਲੀ ਡਾਲੀ, ਠੀਕ ਕਿਉਂ ਜੀਵਾ ਮਰ ਮਾਏ। ਪਰ ਜੀਵ ਰੂਪੀ ਇਸਤਰੀ ਜਿਹੜੀ ਹੈ ਉਹ ਸੋਚ ਰਹੀ ਹੈ ਕਿ ਭਾਵਰਾ ਤਾਂ ਖੁਸ਼ੀ ਦੇ ਨਾਲ ਲਟਬਾਵਰਾ ਹੁੰਦਾ ਜਾ ਰਿਹਾ ਹੈ, ਪਰ ਜੋ ਜੀਵ ਰੂਪ ਦਾ ਮਨ ਹੈ, ਮਨੁੱਖੀ ਜੀਵ ਰੂਪੀ ਆਤਮਾ ਦਾ ਜੋ ਮਨ ਹੈ, ਉਹ ਉਸ ਪ੍ਰਭੂ ਪ੍ਰਿਯਤਮ ਦੇ ਨਾਲ ਲਿਵ ਲਾਉਣ ਦੀ ਥਾਵੇਂ ਸੰਸਾਰਿਕ ਕਾਰਾਂ ਵਿਹਾਰਾਂ ਦੇ ਵਿੱਚ ਇੰਨਾ ਉਲਝਿਆ ਹੋਇਆ ਹੈ ਕਿ ਇਹ ਸੰਸਾਰਿਕ ਕਾਰ ਵਿਹਾਰ ਸਗੋਂ ਉਸ ਨੂੰ ਆਪਣੇ ਪ੍ਰਿਯਤਮ ਪਿਆਰੇ ਤੋਂ, ਉਸ ਸਰਵ ਸ਼ਕਤੀਮਾਨ ਕਾਦਰ ਤੋਂ ਦੂਰ ਲੈ ਜਾ ਰਹੇ ਹਨ। ਕਿਉਂ ਜੀਵਾ ਮਰ ਜਾਏ, ਉਸ ਦੇ ਵਿਛੋੜੇ ਦੇ ਵਿੱਚ ਜਿਹੜਾ ਜਿਉਣਾ ਹੈ ਉਹ ਤਾਂ ਮਰਨ ਬਰਾਬਰ ਹੈ, ਮਰਨ ਭਇਆ ਦੁੱਖ ਮਾਏ ਵਾਲੀ ਸਥਿਤੀ ਹੈ। ਨਾਨਕ ਚੇਤ ਸਹਿਜ ਸੁਖ ਪਾਵੈ, ਇਸ ਲਈ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਸ ਚੇਤ ਦੇ ਮਹੀਨੇ ਦੇ ਵਿੱਚ ਸਹਿਜ ਰੂਪ ਦੇ ਵਿੱਚ ਕੁਦਰਤ ਦੇ ਖੇੜੇ ਦੀ ਵਾਲੀ ਜੋ ਸਥਿਤੀ ਹੈ, ਜੇਕਰ ਜੀਵ ਦੇ ਅੰਦਰ ਦੀ ਹਿਰਦੇ ਦੀ ਮਨੋ ਸਥਿਤੀ ਵੀ ਇਸ ਤਰ੍ਹਾਂ ਖੁਸ਼ੀਆਂ ਖੇੜਿਆਂ ਦੇ ਨਾਲ ਭਰ ਜਾਵੇ ਤਾਂ ਉਹ ਇਸ ਮਹੀਨੇ ਦੇ ਵਿੱਚ ਸੁਖ ਪ੍ਰਾਪਤ ਕਰ ਸਕਦੀਆਂ ਹਨ। ਸਹਿਜ ਸੁਖ ਦੀ ਪ੍ਰਾਪਤੀ ਯਾਨੀ ਕਿ ਹੋ ਸਕਦੀ ਹੈ ਜੇ ਹਰੇ ਵਰ ਘਰ ਧਨ ਪਾਏ। ਪਰ ਅਜਿਹਾ ਕਿਵੇਂ ਹੋ ਸਕਦਾ ਹੈ? ਜੇ ਭਾਵ ਜਦੋਂ ਹਰੀ ਯਾਨੀ ਕਿ ਪਰਮਾਤਮਾ ਰੂਪੀ ਵਰ, ਪਰਮਾਤਮਾ ਰੂਪੀ ਪਤੀ ਜੋ ਹੈ, ਧਨ ਭਾਵ ਔਰਤ ਰੂਪੀ ਪਤਨੀ ਦੇ ਘਰ ਮਨ ਰੂਪੀ ਵਿਹੜੇ ਦੇ ਵਿੱਚ ਚਰਨ ਪਾਏ, ਪ੍ਰਵੇਸ਼ ਕਰੇ। ਭਾਵ ਜਦੋਂ ਪਰਮਾਤਮਾ ਕਿਸੇ ਸੰਸਾਰਿਕ ਜੀਵ ਦੇ ਉੱਤੇ ਰਹਿਮਤ ਕਰਕੇ ਉਸ ਨੂੰ ਬੰਦਗੀ ਵਾਲੇ ਪਾਸੇ ਮੋੜ ਲੈਂਦਾ ਹੈ, ਤਦ ਉਸ ਜੀਵ ਦਾ ਇਸ ਸੰਸਾਰ 'ਤੇ ਸਹਿਜ ਸੁਖ ਦੀ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ ਹੈ। ਉਹ ਜੀਵ, ਉਸ ਦੀ ਮਨ ਜੋ ਹੈ ਪਰਮਾ ਆਨੰਦ ਦੀ ਸਥਿਤੀ ਵਿੱਚ ਹੋ ਜਾਂਦਾ ਹੈ। ਵੈਸਾਖ ਭਲਾ ਸਾਖਾ ਵੇਸ ਕਰੈ, ਗੁਰੂਦੇਵ ਫਰਮਾ ਰਹੇ ਨੇ ਕਿ ਵੈਸਾਖ ਦਾ ਮਹੀਨਾ ਜੋ ਹੈ, ਚੇਤ ਤੋਂ ਬਾਅਦ ਵੈਸਾਖ, ਇਹ ਵੀ ਬੜਾ ਸੁਹਾਵਣਾ ਲੱਗਦਾ ਹੈ। ਕਿਉਂ? ਸਾਖਾ ਵੇਸ ਕਰੈ, ਕਿਉਂਕਿ ਇਸ ਮਹੀਨੇ ਦੇ ਵਿੱਚ ਪੁੰਗਾਰਾ ਆਪਣੇ ਪੂਰੇ ਜੌਬਨ 'ਤੇ ਹੁੰਦਾ ਹੈ, ਕਿਉਂਕਿ ਰੁੱਖਾਂ ਦੀਆਂ ਜਿਹੜੀਆਂ ਟਾਹਣੀਆਂ ਨੇ ਉਹਨਾਂ ਦੇ ਉੱਤੇ ਵੀ ਕਪੋਲਾਂ ਨਵੀਆਂ ਨਵੀਆਂ ਫੁੱਟ ਪੈਂਦੀਆਂ ਨੇ ਅਤੇ ਇੱਕ ਨਵੀਆਂ ਕਚੂਰ ਹਰਿਆਵਲ ਜੋ ਹੈ ਉਹ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੁਦਰਤ ਕਾਇਨਾਤ ਨੇ ਆਪਣਾ ਸੋਹਣਾ ਸਵਰੂਪ ਧਾਰਨ ਕਰ ਲਿਆ, ਇੱਕ ਨਵਾਂ ਰੂਪ ਗ੍ਰਹਿਣ ਕਰ ਲਿਆ ਹੈ। ਭਲਾ ਸਾਖਾ ਵੈਸਾਖ ਭਲਾ ਤਾਂ ਲੱਗਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਰੁੱਖਾਂ ਦੀਆਂ ਟਾਹਣੀਆਂ ਨੂੰ ਇੱਕ ਨਵਾਂ ਜੀਵਨ ਮਿਲ ਜਾਂਦਾ ਹੈ। ਧਨ ਦੇਖੈ ਹਰਿਦੁਆਰ ਆਵਹੁ ਦਇਆ ਕਰੈ, ਇਸ ਮਹੀਨੇ ਦੇ ਵਿੱਚ ਇਸ ਸੋਹਣੇ
ਸੁੱਖਾਂ ਭਰੇ ਮਹੀਨੇ ਦੇ ਵਿੱਚ ਜਦੋਂ ਕੁਦਰਤ ਆਪਣੇ ਪੂਰੇ ਖੇੜੇ ਦੇ ਵਿੱਚ ਹੈ, ਬੜਾ ਸੁਹਾਵਣਾ ਵਾਤਾਵਰਨ ਹੈ। ਇਸ ਮਹੀਨੇ ਦੇ ਵਿੱਚ ਧਨ ਭਾਵ ਉਹ ਔਰਤ ਜਿਹੜੀ ਹੈ, ਜੀਵ ਰੂਪੀ ਮਨੁੱਖ ਜੋ ਹੈ, ਜੀਵ ਰੂਪੀ ਆਤਮਾ ਜੋ ਹੈ, ਉਹ ਕੀ ਦੇਖ ਰਹੀ ਹੈ? ਹਰੀ ਯਾਨੀ ਕਿ ਉਸ ਪ੍ਰੀਤਮ ਪਿਆਰੇ ਦਾ ਦੁਆਰ ਰਾਹ ਦੇਖ ਰਹੀ ਹੈ ਅਤੇ ਅੰਦਰੋਂ ਬੇਨਤੀ ਕਰ ਰਹੀ ਹੈ ਕਿ ਆਵੋ ਦਇਆ ਕਰੇ, ਕਿ ਭਾਵ ਹੇ ਪ੍ਰੀਤਮ ਪਿਆਰੇ ਮੇਰੇ ਉੱਪਰ ਦਇਆ ਮਿਹਰ ਕਰ, ਇੰਨੀ ਕਿ ਮੇਰੇ ਮਨ ਰੂਪੀ ਵਿਹੜੇ ਦੇ ਵਿੱਚ ਪ੍ਰਵੇਸ਼ ਕਰ, ਭਾਵ ਮੇਰੇ ਮਨ ਨੂੰ ਚੰਗਿਆਈਆਂ ਵਾਲੇ ਪਾਸੇ ਲਾ ਦੇ, ਸਿਮਰਨ ਬੰਦਗੀ ਕਲਿਆਣ ਜੋ ਕਾਰੀ ਭਾਵਨਾ ਹੈ ਉਸ ਦੇ ਨਾਲ ਜੋੜ ਦੇ। ਘਰ ਆਓ ਪਿਆਰੇ ਦੂਤਰ ਤਾਰੇ ਤੁਧ ਬਿਨ ਅੱਢ ਨ ਮੋਲੋ, ਕਿ ਹੇ ਪ੍ਰੀਤਮ ਪਿਆਰੇ ਮੇਰੇ ਮਨ ਰੂਪੀ ਵਿਹੜੇ ਵਿੱਚ ਪ੍ਰਵੇਸ਼ ਕਰ, ਮੇਰੇ ਹਿਰਦੇ ਦੇ ਵਿੱਚ ਪ੍ਰਵੇਸ਼ ਕਰ, ਮੈਂ ਪਲ ਪਲ ਤੈਨੂੰ ਜੋ ਹੈ ਸਿਮਰ ਰਹੀ ਹਾਂ, ਆਰਾਧ ਰਹੀ ਹਾਂ। ਦੂਤਰ ਤਾਰੇ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲੇ ਹੇ ਪਰਮ ਪਰਮਾਤਮਾ ਤੁਧ ਬਿਨ ਅੱਡ ਨਾ ਮੋਲੋ, ਕਿਉਂਕਿ ਇਸ ਸੰਸਾਰ ਦੇ ਵਿੱਚ ਜੋ ਚੰਗੇ ਕਰਮ ਕਰਨ ਵਾਲਾ ਜੀਵ ਹੈ, ਭਾਵ ਜੋ ਨੇਕੀਆਂ ਕਰਨ ਵਾਲਾ ਮਨੁੱਖ ਹੈ, ਉਸ ਦੀ ਕੀਮਤ ਸੰਸਾਰ ਨਹੀਂ ਪਾ ਸਕਦਾ। ਤੁਧ ਬਿਨ ਅੱਡ ਨਾ ਮੋਲੋ, ਕਿਉਂਕਿ ਅਜਿਹੇ ਜੀਵ ਜਿਹੜੇ ਨੇ ਪ੍ਰਭੂ ਨਾਮ ਦੇ ਰੰਗ ਵਿੱਚ ਰੱਤੇ ਹੋਣ ਸਦਕਾ ਸੰਸਾਰਿਕ ਜੀਵ ਉਹਨਾਂ ਦੀ ਕਦਰ ਕਿਵੇਂ ਕਰ ਸਕਦੇ ਨੇ? ਕਿਉਂਕਿ ਜਿੰਨੀ ਦੇਰ ਤੱਕ ਪਰਮਾਤਮਾ ਦੀ ਰਹਿਮਤ ਨਹੀਂ ਹੋ ਸਕਦੀ ਜੀਵ 'ਤੇ, ਉਨੀ ਦੇਰ ਤੱਕ ਅਜਿਹੇ ਰੱਬੀ ਰੂਹਾਂ ਦੀ ਸੰਸਾਰ ਦੇ ਵਿੱਚ ਇੱਕ ਕਾਣੀ ਕੌਡੀ ਜਿੰਨੀ ਕੀਮਤ ਨਹੀਂ ਹੁੰਦੀ। ਤੁਧ ਬਿਨ ਅੱਡ ਨੇ। ਅਤੇ ਦੂਜੇ ਪਾਸੇ ਭਾਵ ਜਿਸ ਜੀਵ ਦੇ ਉੱਤੇ ਪਰਮਾਤਮਾ ਆਪਣੀ ਰਹਿਮਤ ਦੀ ਮਿਹਰ ਦੀ ਬਾਰਿਸ਼ ਕਰਦਾ ਹੈ, ਉਸ ਜੀਵ ਦੀ ਇੰਨੀ ਇਸ ਸੰਸਾਰ ਦੇ ਉੱਪਰ ਮਹਿਮਾ ਹੋ ਜਾਂਦੀ ਹੈ ਕਿ ਸੰਸਾਰ ਜੋ ਹੈ ਉਹ ਉਸ ਇੱਕ ਅਮੁੱਲਾ, ਇੱਕ ਅਜਿਹਾ ਜੋ ਜੀਵ ਹੈ ਉਹ ਬੜਾ ਬਹੁਮੁੱਲੀ ਸ਼ਖਸੀਅਤ ਬਣ ਜਾਂਦਾ ਹੈ ਕਿ ਉਸ ਦੀ ਸੰਸਾਰ ਕੀਮਤ ਲਾ ਹੀ ਨਹੀਂ ਸਕਦਾ। ਭਾਵ ਪ੍ਰਭੂ ਤੋਂ ਬਿਨਾਂ ਸੰਸਾਰ ਦੇ ਵਿੱਚ ਮਨੁੱਖ ਦੀ ਕੋਈ ਕੀਮਤ ਨਹੀਂ, ਅਤੇ ਜਿਸ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸ ਹੋ ਜਾਵੇ ਉਹ ਇੰਨੀ ਬਹੁਮੁੱਲੀ ਸ਼ਖਸੀਅਤ ਬਣ ਜਾਂਦਾ ਹੈ, ਉਹ ਇੰਨੀ ਆਤਮਾ ਜੋ ਹੈ ਇੰਨੀ ਭਾਗਾਂ ਵਾਲੀ ਹੁੰਦੀ ਹੈ ਕਿ ਉਹ ਇੰਨੀ ਕੀਮਤੀ ਭਾਵ ਉਹ ਜੀਵ ਹੋ ਜਾਂਦਾ ਹੈ ਕਿ ਉਸ ਦੀ ਵੀ ਸੰਸਾਰ ਕੋਈ ਕੀਮਤ ਅਦਾ ਨਹੀਂ ਕਰ ਸਕਦਾ। ਕੀਮਤ ਕੌਣ ਕਰੇ ਤੁਧ ਭਾਵਾ, ਕਿਉਂਕਿ ਕਿਸੇ ਦੇ ਵੱਸ ਵਿੱਚ ਹੀ ਨਹੀਂ ਹੈ ਇਹ ਇਸ ਸਾਰੇ ਜੋ ਘਟਨਾਕ੍ਰਮ ਨੂੰ ਸਮਝਣਾ। ਕੀਮਤ ਕੌਣ ਕਰੇ ਤੁਧ ਭਾਵਾ, ਭਾਵ ਜਿੰਨੀ ਦੇਰ ਤੱਕ ਤੈਨੂੰ ਨਹੀਂ ਪਾਉਂਦਾ, ਭਾਵ ਜੋ ਕਰਦਾ ਤੂੰ ਹੀ ਹੁੰਦਾ ਉਹੀ ਹੈ ਜੋ ਤੈਨੂੰ ਚੰਗਾ ਲੱਗਦਾ ਹੈ। ਦੇਖ ਦਿਖਾਵੈ ਢੋਲੋ, ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਭਾਵ ਜਦੋਂ ਰੱਬੀ ਰਹਿਮਤ ਹੋ ਜਾਂਦੀ ਹੈ ਜੀਵ 'ਤੇ, ਉਹ ਜੀਵ ਆਪਣੇ ਜਦੋਂ ਹਿਰਦੇ ਵਿੱਚ ਪ੍ਰਭੂ ਨੂੰ, ਨਾਮ ਨੂੰ, ਚੰਗਿਆਈ ਨੂੰ, ਨੇਕੀ ਨੂੰ ਵਸਾ ਲੈਂਦਾ ਹੈ, ਦੂਰ ਨਾ ਜਾਣਾ ਅੰਤਰ ਮਾਨਾ, ਕਿਉਂਕਿ ਉਹ ਫਿਰ ਹਰ ਪਲ ਕਣ ਕਣ ਦੇ ਵਿੱਚ ਵਸੇ ਹੋਏ ਉਸ ਪ੍ਰੀਤਮ ਪਰਮਾਤਮਾ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਦਾ ਹੈ। ਦੂਰ ਨਾ ਜਾਣਾ, ਉਹਨੂੰ ਲੱਗਦਾ ਹੀ ਨਹੀਂ ਕਿ ਉਹ ਪ੍ਰੀਤਮ ਪਿਆਰਾ ਪ੍ਰਭੂ ਜੋ ਹੈ ਉਹ ਉਸ ਤੋਂ ਦੂਰ ਹੈ ਜਾਂ ਉਸ ਤੋਂ ਵਿਛੜਿਆ ਹੋਇਆ ਹੈ, ਉਹ ਤਾਂ ਉਸਨੂੰ ਹਰ ਪਲ ਅੰਤਰ ਮਾਨਾ ਆਪਣੇ ਅੰਦਰ ਮਹਿਸੂਸ ਹੁੰਦਾ ਹੈ। ਹਰੀ ਕਾ ਮਹਿਲ ਪਛਾਨਾ, ਕਿਉਂਕਿ ਉਸਨੇ ਆਪਣੀ ਇਸ ਮਨੁੱਖਾ ਦੇਹ ਨੂੰ ਪ੍ਰਭੂ ਦਾ ਨਿਵਾਸ ਅਸਥਾਨ ਸਮਝ ਲਿਆ ਹੁੰਦਾ ਹੈ। ਹਰੀ ਕਾ ਮਹਿਲ ਪਛਾਨਾ, ਜਦੋਂ ਹਿਰਦੇ ਵਿੱਚ ਹਰ ਪਲ ਪ੍ਰਭੂ ਮਹਿਸੂਸ ਹੋਵੇਗਾ ਤਾਂ ਉਸ ਵੇਲੇ ਜੀਵ ਜੋ ਹੈ ਉਹ ਕੋਈ ਐਸੇ ਦੁਨਿਆਵੀ ਜੋ ਬਦੀ ਵਾਲੇ ਕਰਮ ਨੇ ਉਹਨਾਂ ਤੋਂ ਦੂਰ ਰਹੇਗਾ। ਪ੍ਰਭੂ ਦੀ ਰਹਿਮਤ ਅਜਿਹੀ ਹੋਏਗੀ ਕਿ ਉਹ ਨਾਮ ਦੇ ਰੰਗ ਦੇ ਵਿੱਚ ਰਤਿਆ ਹੋਇਆ ਸੇਵਾ ਭਾਵ ਦੇ ਵਿੱਚ ਲੀਨ ਮਨੁੱਖ ਜੋ ਹੈ ਹਰ ਪਲ ਆਪਣੇ ਆਪ ਨੂੰ ਪ੍ਰਭੂ ਦੀ ਰਹਿਮਤ ਸਦਕਾ ਵਰੋਸਾਇਆ ਹੋਇਆ ਸਮਝੇਗਾ। ਨਾਨਕ ਵੈਸਾਖੀ ਪ੍ਰਭ ਪਾਵੈ, ਸੂਰਤ ਸ਼ਬਦ ਮਨ ਮਾਨਾ। ਫਿਰ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਸ ਵੈਸਾਖ ਦੇ ਸੁੱਖਾਂ ਭਰੇ ਮਹੀਨੇ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਕਿਸ ਜੀਵ ਨੂੰ ਹੁੰਦੀ ਹੈ? ਸੁਰਤ ਸ਼ਬਦ ਮਨ ਮਾਨਾ। ਜਿਸ ਜੀਵ ਨੇ ਆਪਣੀ ਸੁਰਤੀ ਦੇ ਵਿੱਚ, ਭਾਵ ਆਪਣੇ ਵਿਚਾਰਾਂ ਦੇ ਵਿੱਚ, ਆਪਣੀ ਜੋ ਮਨ ਦੀ ਸਥਿਤੀ ਹੈ, ਯਾਨੀ ਕਿ ਹਰ ਪਲ ਉਸੇ ਦੇ ਬਾਰੇ ਸੋਚਣਾ, ਉਸੇ ਦੇ ਬਾਰੇ ਗੱਲਬਾਤ ਕਰਨੀ, ਆਪਣੀ ਸੁਰਤੀ ਦੇ ਵਿੱਚ ਵਸਾ ਲਿਆ ਹੁੰਦਾ, ਮਨੋ ਬਿਰਤੀ ਦੇ ਵਿੱਚ ਵਸਾ ਲਿਆ ਹੁੰਦਾ ਹੈ। ਕਿਸ ਨੂੰ? ਨਾਨਕ ਵੈਸਾਖੀ
ਪ੍ਰਭ ਪਾਵੈ ਸੁਰਤੀ ਸ਼ਬਦ ਮਨ ਮਾਨਾ। ਜਿਸ ਨੇ ਗੁਰੂ ਦੇ ਨਾਮ ਰੂਪੀ ਸ਼ਬਦ ਨੂੰ ਮਨ ਯਾਨੀ ਕਿ ਹਿਰਦੇ ਦੇ ਵਿੱਚ ਮੰਨ ਲਿਆ ਹੁੰਦਾ ਹੈ, ਵਸਾ ਲਿਆ ਹੁੰਦਾ ਹੈ, ਉਸ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਹੁੰਦਾ ਹੈ, ਉਸ ਦੀ ਲਿਵ ਜੋ ਹੈ ਚੱਤੋ ਪਹਿਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਲੱਗੀ ਰਹਿੰਦੀ ਹੈ। ਅਜਿਹਾ ਜੀਵ ਪ੍ਰਭੂ ਦਾ ਪਿਆਰ ਵੀ ਪ੍ਰਾਪਤ ਕਰਦਾ ਹੈ, ਕਿਉਂਕਿ ਉਹ ਪ੍ਰਵਾਨ ਹੋ ਜਾਂਦਾ ਹੈ ਰੱਬ ਦੇ ਦਰ 'ਤੇ, ਔਰ ਸਮਾਜ ਦੇ ਵਿੱਚ ਵੀ ਉਸ ਜੀਵ ਦੀ ਹੋਂਦ ਜਿਹੜੀ ਹੈ ਇੱਕ ਹਾਂ ਪੱਖੀ ਹੋ ਜਾਂਦੀ ਹੈ। ਅਗਲਾ ਬੰਦ ਹੈ ਸਾਵਨ ਸਰਸ ਮਨਾ ਘਣ ਵਰਸੈ ਰੁੱਤ ਆਏ। ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਹ ਸਾਵਨ ਯਾਨੀ ਕਿ ਸਾਉਣ ਦਾ ਮਹੀਨਾ ਜੋ ਹੈ ਇਹ ਵੀ ਬੜਾ ਖੁਸ਼ੀਆਂ ਭਰਿਆ ਹੈ, ਸਰਸ ਹੈ, ਬੜਾ ਹੀ ਮਨ ਭਾਵਨਾ ਹੈ, ਬੜਾ ਹੀ ਚੰਗਿਆਈਆਂ ਦੇ ਨਾਲ, ਖੁਸ਼ੀਆਂ ਦੇ ਨਾਲ ਆਨੰਦ ਕਰਨ ਵਾਲਾ ਮਹੀਨਾ ਹੈ। ਕਿਉਂ? ਘਣ ਵਰਸ ਹੈ, ਕਿਉਂਕਿ ਇਸ ਮਹੀਨੇ ਦੇ ਵਿੱਚ ਘਣ ਬੱਦਲ ਵਰਸ ਰਹੇ ਹੁੰਦੇ ਨੇ। ਰੁੱਤ ਆਏ, ਕਿਉਂਕਿ ਮੀਂਹ ਦੀ ਬਾਰਿਸ਼ ਦੀ ਰੁੱਤ ਆਉਣ ਦੇ ਨਾਲ, ਬੱਦਲਾਂ ਦੇ ਵਰਨ ਦੇ ਨਾਲ, ਮੀਂਹ ਪੈਣ ਦੇ ਨਾਲ ਸਾਉਣ ਦਾ ਮਹੀਨਾ ਜੋ ਹੈ ਸਰਸ ਬਣ ਜਾਂਦਾ ਹੈ। ਭਾਵ ਚਾਰ ਸਵੇਰੇ ਮੀਂਹ ਪੈਣ ਦੇ ਨਾਲ ਹਰਿਆਲੀ ਇੰਨੀ ਜੋ ਹੈ ਸਾਰੀ ਸ੍ਰਿਸ਼ਟੀ ਨੂੰ ਸਰੋਬਾਰ ਕਰ ਦਿੰਦੀ ਹੈ ਕਿ ਮੈਂ ਮਨ ਤਹਿ ਸੋ ਭਾਵੈ ਪਿਰ ਪਰਦੇਸ ਸਿਧਾਏ। ਭਾਵ ਮੈਂ ਮਨ, ਮੇਰਾ ਮਨ ਜੋ ਹੈ ਤਹਿ ਸਹੁ ਭਾਵੈ, ਭਾਵ ਹੈ ਪ੍ਰੀਤਮ ਪਿਆਰੇ, ਇਸ ਖੁਸ਼ੀਆਂ ਭਰੇ ਮਹੀਨੇ ਦੇ ਵਿੱਚ ਜੀਵ ਰੂਪੀ ਇਸਤਰੀ ਦਾ ਮਨ ਜੋ ਹੈ ਉਸ ਪ੍ਰੀਤਮ ਪਿਆਰੇ ਦੇ ਪ੍ਰੇਮ ਨੂੰ ਲੋਚਦਾ ਹੈ। ਪਰ ਪਿਰ ਪਰਦੇਸ ਸਿਧਾਏ, ਪਰ ਉਹ ਪਰਮਾਤਮਾ ਜੋ ਹੈ ਜੀਵ ਰੂਪੀ ਇਸਤਰੀ ਦੇ ਹਿਰਦੇ ਦੇ ਵਿੱਚੋਂ ਇੱਕ ਖਾਲੀਪਨ, ਇੱਕ ਵਿਛੋੜਾ, ਇੱਕ ਸਪੇਸ ਦੇ ਗਿਆ ਹੈ, ਕਿਉਂਕਿ ਉਹ ਉਸ ਤੋਂ ਦੂਰ ਹੈ। ਭਾਵ ਜੀਵ ਰੂਪੀ ਇਸਤਰੀ ਜੋ ਹੈ ਪ੍ਰਭੂ ਰੂਪੀ ਪਰਮਾਤਮਾ ਤੋਂ ਵਿਛੜੀ ਹੋਈ ਹੈ। ਉਸ ਦੀ ਸਥਿਤੀ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਵਿਰਹਣੀ ਦਾ ਪਤੀ ਜੋ ਹੈ ਉਸ ਤੋਂ ਦੂਰ ਪ੍ਰਦੇਸ਼ ਵਿੱਚ ਗਿਆ ਹੋਵੇ, ਅਤੇ ਉਹ ਇਸ ਮਹੀਨੇ ਦੇ ਵਿੱਚ ਕਿਸ ਤਰ੍ਹਾਂ ਵਿਛੋੜੇ ਦੇ ਵਿੱਚ ਵਿਆਕੁਲ ਹੁੰਦੀ ਹੈ। ਠੀਕ ਇਸੇ ਤਰ੍ਹਾਂ ਜੋ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਜੀਵ ਹੈ ਉਹ ਵੀ ਆਪਣੇ ਆਪ ਨੂੰ ਪ੍ਰਭੂ ਤੋਂ ਵਿਛੜਿਆ ਹੋਇਆ ਮਹਿਸੂਸ ਕਰਦਾ ਹੈ। ਪਿਰ ਘਰ ਨਹੀਂ ਆਵੈ ਮਰੀਐ ਹਾਵੈ ਦਾਮਨੀ ਚਮਕ ਡਰਾਏ, ਕਿਉਂਕਿ ਉਹ ਪ੍ਰਭੂ ਪਰਮਾਤਮਾ ਜੋ ਹੈ ਘਰ ਯਾਨੀ ਕਿ ਹਿਰਦੇ ਰੂਪੀ ਘਰ, ਮਨ ਵਿਹੜੇ ਦੇ ਵਿੱਚ ਜਦੋਂ ਨਹੀਂ ਆਉਂਦਾ, ਜੀਵ 'ਤੇ ਰਹਿਮਤ ਕਰਕੇ ਉਹਦੇ ਹਿਰਦੇ ਦੇ ਵਿੱਚ ਵਾਸ ਨਹੀਂ ਕਰਦਾ, ਮਰੀਐ ਹਾਵੈ, ਤਾਂ ਉਹ ਉਸਦੇ ਵਿਛੋੜੇ ਦੇ ਵਿੱਚ, ਹਾਵੈ ਦੇ ਵਿੱਚ ਭਾਵ ਉਸਦੇ ਵਿਛੋੜੇ ਦੇ ਵਿੱਚ ਉਸ ਦੀ ਸਥਿਤੀ ਮਰਨ ਸਮਾਨ ਹੋ ਜਾਂਦੀ ਹੈ। ਵਿਆਕੁਲਤਾ ਇੰਨੀ ਵੱਧ ਜਾਂਦੀ ਹੈ, ਨਾ ਚੈਨ ਆਉਂਦਾ ਹੈ, ਨਾ ਨੀਂਦ ਆਉਂਦੀ ਹੈ। ਦਾਮਨੀ ਭਾਵ ਬਿਜਲੀ ਚਮਕਣ ਵਾਲੀ ਜੋ ਹੈ, ਦਾਮਨੀ ਚਮਕ ਡਰਾਏ, ਜੋ ਬੱਦਲਾਂ ਦੀ ਗੜਗੜਾਹਟ ਦੇ ਨਾਲ ਬਿਜਲੀ ਚਮਕਦੀ ਹੈ, ਉਹ ਦਾਮਨੀ ਜਿਹੜੀ ਹੈ ਉਹ ਚਮਕ ਚਮਕ ਕੇ ਬਹੁਤ ਡਰਾਵਨੇ ਦ੍ਰਿਸ਼ ਪੈਦਾ ਕਰਦੀ ਹੈ। ਜੀਵ ਰੂਪੀ ਇਸਤਰੀ ਜੋ ਹੈ ਉਸ ਸਥਿਤੀ ਦੇ ਵਿੱਚ ਬੜੀ ਤ੍ਰਬਕ ਰਹੀ ਹੈ, ਬੜੀ ਤ੍ਰਹਿ ਰਹੀ ਹੈ। ਸੇਜ ਅਕੇਲੀ ਖਰੀ ਦੁਹੇਲੀ ਮਰਨ ਭਇਆ ਦੁੱਖ ਮਾਏ। ਇਸ ਲਈ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਸ ਅਵਸਥਾ ਦੇ ਵਿੱਚ ਜੀਵ ਰੂਪੀ ਇਸਤਰੀ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਆਪਣੇ ਆਰਾਮ ਸ਼ਈਆ ਦੇ ਉੱਤੇ ਇਕੱਲੀ ਖਰੀ ਦੁਹੇਲੀ ਬੜੀ ਵਿਯੋਗਣ ਦੀ ਸਥਿਤੀ ਦੇ ਵਿੱਚ ਹੈ, ਔਰ ਉਸ ਦੀ ਸਥਿਤੀ, ਇਹ ਵਾਲੀ ਸਥਿਤੀ ਜੋ ਹੈ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਜੀਵਨ ਤਾਂ ਲੱਗਦਾ ਹੈ ਜਿਵੇਂ ਮੌਤ ਦੇ ਤੁੱਲ ਹੈ, ਕਿਉਂਕਿ ਕਿਸੇ ਪ੍ਰੀਤਮ ਪਿਆਰੇ ਦੇ ਵਿਛੋੜੇ ਦੇ ਵਿੱਚ ਜਿਉਣਾ ਇੱਕ ਬਹੁਤ ਵੱਡਾ ਸੱਲ ਹੈ, ਜਿਸ ਨੂੰ ਸਹਿਣ ਕਰਨਾ ਜੀਵ ਦੇ ਲਈ, ਉਸ ਪ੍ਰਭੂ ਪਰਮਾਤਮਾ ਦੇ ਵਿਛੋੜੇ ਨੂੰ ਸਹਿਣ ਕਰਨਾ ਮਨੁੱਖ ਦੇ ਲਈ ਬੜਾ ਹੀ ਕਸ਼ਟਕਾਰੀ ਹੈ, ਸੰਕਟਮਈ ਹੈ। ਮਰਨ ਭਇਆ ਦੁੱਖ ਮਾਏ, ਇਸ ਲਈ ਜੀਵ, ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਸ ਅਵਸਥਾ ਦੇ ਵਿੱਚ ਜੀਵ ਦਾ ਜਿਉਣਾ ਜੋ ਹੈ ਉਹ ਮਰਨ ਦੇ ਬਰਾਬਰ ਹੈ। ਮੌਤ ਵਕਤ ਜਿੰਨਾ ਦੁੱਖ ਮਹਿਸੂਸ ਹੁੰਦਾ ਹੈ ਜਾਂ ਹੋ ਰਿਹਾ ਹੋਵੇਗਾ, ਉਸੇ ਤਰ੍ਹਾਂ ਦਾ ਸਥਿਤੀ ਜੋ ਹੈ ਇਸ ਜੀਵਨ ਦੇ ਵਿੱਚ ਉਸ ਨੂੰ ਜਿਉਂਦਿਆਂ ਹੋਇਆਂ ਮਹਿਸੂਸ ਹੋ ਰਹੀ ਹੈ। ਹਰਿ ਬਿਨ ਨੀਂਦ ਭੁੱਖ ਕਉ ਕੈਸੀ ਕਾਪੜ ਤਨ ਨੇ ਸੁਖਾਵੇ। ਫਿਰ ਉਹ ਕਹਿ ਰਹੇ ਨੇ ਕਿ ਉਹ ਹਰੀ ਪ੍ਰਭੂ ਪਰਮਾਤਮਾ ਤੋਂ ਬਿਨ ਦੇ ਵਿਛੋੜੇ ਦੇ ਵਿੱਚ ਨਾ ਨੀਂਦ ਆਉਂਦੀ ਹੈ, ਨਾ ਭੁੱਖ ਲੱਗਦੀ ਹੈ।
ਕਿ ਉਸ ਹਰਿ ਬਿਨ ਨੀਂਦ ਭੂਖ ਕਹੋ ਕੈਸੀ, ਕਿ ਉਸ ਦੇ ਵਿਛੋੜੇ ਦੇ ਵਿੱਚ ਨੀਂਦ ਜਾਂ ਭੁੱਖ ਪਿਆਸ ਕਿਵੇਂ ਲੱਗ ਸਕਦੀ ਹੈ। ਕਾਪੜ ਤਨ ਨਾ ਸੁਖਾਵੇ, ਇੱਥੋਂ ਤੱਕ ਕਿ ਕੋਈ ਹਾਰ ਸ਼ਿੰਗਾਰ ਕਰਨਾ ਵੀ ਚੰਗਾ ਨਹੀਂ ਲੱਗ ਰਿਹਾ। ਕੱਪੜੇ ਜਿਹੜੇ ਨੇ ਇਹ ਵੀ ਤਨ ਨੂੰ ਇਸ ਤਰ੍ਹਾਂ ਚੀਰ ਰਹੇ ਨੇ, ਵੱਢ ਰਹੇ ਨੇ ਜਾਂ ਬੜੇ ਕਸ਼ਟਕਾਰੀ ਮਹਿਸੂਸ ਹੋ ਰਹੇ ਨੇ। ਨਾਨਕ ਸਾ ਸੁਹਾਗਣੀ, ਨਾਨਕ ਸਾ ਸੁਹਾਗਣ ਕੰਤੀ ਪਿਰਕੈ ਅੰਗ ਸਮਾਵੇ। ਯਾਨੀ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਇਸ ਮਹੀਨੇ ਦੇ ਵਿੱਚ ਉਹੀ ਜੀਵ ਰੂਪੀ ਮਨੁੱਖ ਜੋ ਹੈ ਸੁਹਾਗਣ ਹੈ, ਜਿਸ ਦਾ ਕੰਤ ਪ੍ਰਭੂ ਪ੍ਰੀਤਮ ਪਿਆਰਾ ਜੋ ਹੈ ਪਿਰਕੈ ਅੰਗ ਸਮਾਵੇ, ਭਾਵ ਜੋ ਜੀਵ ਰੂਪੀ ਇਸਤਰੀ ਨੂੰ ਉਸ ਦਾ ਪ੍ਰੀਤਮ ਪਿਆਰਾ ਪ੍ਰਭੂ ਆਪਣੇ ਹਿਰਦੇ ਦਿਲ ਦੇ ਨਾਲ, ਭਾਵ ਆਪਣੇ ਅੰਕ ਆਪਣੇ ਕਲਾਵੇ ਦੇ ਵਿੱਚ ਭਰ ਲੈਂਦਾ ਹੈ, ਉਹੀ ਜੀਵ ਰੂਪੀ ਇਸਤਰੀ ਇਸ ਸਾਵਣ ਦੇ ਮਹੀਨੇ ਦੇ ਵਿੱਚ ਸੁੱਖਾਂ ਨੂੰ ਪ੍ਰਾਪਤ ਕਰ ਸਕਦੀ ਹੈ। ਭਾਦੋ ਭਰਮ ਭੁੱਲੀ ਭਰ ਜੋਬਨ ਪਛੁਤਾਨੀ। ਭਾਦੋਂ ਦਾ ਮਹੀਨਾ ਮਨੁੱਖ ਦੇ ਲਈ ਇੱਕ ਤਰ੍ਹਾਂ ਦੇ ਨਾਲ ਬੜਾ, ਜਿਵੇਂ ਭਾਦੋਂ ਦੇ ਮਹੀਨੇ ਦੇ ਵਿੱਚ ਬੜੀ ਉਮਸ ਹੁੰਦੀ ਹੈ, ਬੜਾ ਕਸ਼ਟਕਾਰੀ ਮਹੀਨਾ ਹੁੰਦਾ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਇਸ ਮਹੀਨੇ ਦੇ ਵਿੱਚ ਮਨੁੱਖ ਦੀ ਸਥਿਤੀ ਜੋ ਪਰਮਾਤਮਾ ਦੇ ਨਾਲੋਂ ਵਿਛੜਿਆ ਹੋਇਆ ਹੈ, ਬੜੀ ਅਜੀਬ ਜਿਹੀ ਹੈ। ਕਿਉਂਕਿ ਭਰਮ ਭੁੱਲੀ ਭਰ ਜੋਬਨ, ਕਿਉਂਕਿ ਜੋਬਨ ਜਵਾਨੀ ਦੀ ਅਵਸਥਾ ਦੇ ਵਿੱਚ ਉਹ ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਆਪਣੇ ਪ੍ਰਭੂ ਪ੍ਰੀਤਮ ਪਿਆਰੇ ਤੋਂ ਬੇਮੁਖ ਹੋ ਗਿਆ ਹੈ। ਤੇ ਇਸ ਬੇਮੁਖਤਾ ਦੀ ਸਥਿਤੀ ਕਰਕੇ ਉਸ ਦੇ ਹਿੱਸੇ ਅੰਤ ਵਿੱਚ ਪਛਤਾਵਾ ਹੀ ਪੈਣਾ ਹੈ, ਕਿਉਂਕਿ ਪ੍ਰਭੂ ਦੇ ਨਾਲੋਂ ਬੇਮੁਖ ਹੋਇਆ ਮਨੁੱਖ ਜੋ ਹੈ ਮਨਮੁਖਤਾ ਦੀ ਸਥਿਤੀ ਦੇ ਵਿੱਚ ਅੰਤ ਨੂੰ ਉਹ ਪਛਤਾਉਂਦਾ ਹੈ, ਪਰ ਪਛਤਾਉਣ ਤੋਂ ਕੁਝ ਨਹੀਂ ਮਿਲਦਾ। ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੇ, ਕਿਉਂਕਿ ਇਸ ਮਹੀਨੇ ਦੇ ਵਿੱਚ 4 ਚੁਫੇਰੇ ਜੋ ਧਰਤੀ ਹੈ ਉਹ ਜਲ ਦਾ ਰੂਪ ਧਾਰਨ ਕਰ ਚੁੱਕੀ ਹੈ। ਜਲ ਥਲ ਨੀਰ ਭਰੇ, ਪਾਣੀ ਹਰ ਜਗ੍ਹਾ ਇੰਨਾ ਭਰ ਗਿਆ ਹੈ ਕਿ ਧਰਤੀ ਤੇ ਸਮੁੰਦਰ ਦਾ ਪਤਾ ਨਹੀਂ ਚੱਲ ਰਿਹਾ। ਜਲ ਸਮੁੰਦਰ ਦੇ ਵਿੱਚ ਤਾਂ ਹੈ ਹੀ, ਤੇ ਜਿੱਥੇ ਧਰਤੀ ਸੀ ਉੱਥੇ ਵੀ ਪਾਣੀ ਇੰਨਾ ਭਰ ਗਿਆ ਹੈ ਕਿ ਬਰਸ ਰੁੱਤੇ ਰੰਗ ਮਾਣੇ, ਕਿਉਂਕਿ ਵਰਖਾ ਰੁੱਤ ਨੇ ਵਰ ਵਰ ਕੇ ਪੂਰਾ ਇੱਕ ਤਰ੍ਹਾਂ ਦੇ ਨਾਲ ਸੰਸਾਰ ਨੂੰ, ਕੁਦਰਤ ਨੂੰ ਨਸ਼ਿਆ ਦਿੱਤਾ ਹੈ। ਕੁਦਰਤ ਮੀਂਹ ਪੈਣ ਦੇ ਨਾਲ ਇੰਨੀ ਨਸ਼ਿਆ ਗਈ ਹੈ, ਇੰਨੀ ਹਰਿਆਵਲ ਆ ਗਈ ਹੈ, ਹਰਿਆਵਲ ਨੂੰ ਮਾਣ ਰਹੀ। ਪਰ ਜੋ ਜੀਵ ਆਤਮਾ ਹੈ ਉਹ ਇਸ ਕੁਦਰਤ ਦੇ ਖੇੜੇ ਦੇ ਵਿੱਚ ਸਗੋਂ ਹੋਰ ਵਿਆਕੁਲ ਹੋ ਰਹੀ ਹੈ। ਕਿਉਂਕਿ ਉਸ ਦਾ ਪ੍ਰੀਤਮ ਪਿਆਰਾ ਜੋ ਹੈ, ਉਸ ਦਾ ਪਰਮਾਤਮਾ ਉਸ ਦੇ ਕੋਲ ਨਹੀਂ ਹੈ। ਬਰਸੈ ਨਿਸਕਾਲੀ ਜੋ ਸੁਖ ਕਿਉ ਸੁਖ ਬਾਲੀ ਦਾਦਰ ਮੋਰ ਲਵੰਤੇ। ਗੁਰੂਦੇਵ ਫਰਮਾ ਰਹੇ ਨੇ ਕਿ ਇਸ ਮਹੀਨੇ ਦੇ ਵਿੱਚ ਬਰਸੈ ਨਿਸਕਾਲੀ, ਨਿਸ ਰਾਤ ਹੈ, ਭਾਵ ਕਾਲੀ ਰਾਤ, ਨਿਰੰਤਰ ਮੀਂਹ ਪੈ ਰਿਹਾ ਹੈ। ਇੱਕ ਰਾਤ ਦਾ ਸਮਾਂ ਹੈ ਹਨੇਰੇ ਦਾ, ਨਿਰੰਤਰ ਮੀਂਹ ਪੈ ਰਿਹਾ ਹੈ। ਔਰ ਇਸ ਅਵਸਥਾ ਦੇ ਵਿੱਚ ਇੱਕ ਜੀਵ ਜੋ ਹੈ ਉਹ ਕਿਸ ਤਰ੍ਹਾਂ ਇਕੱਲਿਆਂ ਇਸ ਬੜੇ ਜੋ ਸਮਾਂ ਹੈ ਬੜਾ ਦਰਦ ਭਰਿਆ ਹੈ ਜਾਂ ਬੜਾ ਡਰਾਵਨਾ ਮਾਹੌਲ ਹੈ, ਉਸ ਦੇ ਵਿੱਚ ਇਕੱਲਾ ਕਿਵੇਂ ਰਹਿ ਸਕਦਾ ਹੈ। ਇੱਕ ਤਾਂ ਰਾਤ ਦਾ ਸਮਾਂ ਹੈ, ਉੱਪਰੋਂ ਬਾਰਿਸ਼ ਹੋ ਰਹੀ ਹੈ ਬੜੀ ਭਿਆਨਕ, ਉੱਪਰੋਂ ਦਾਦਰ ਮੋਰ ਲਵੰਤੇ, ਦਾਦਰ ਤੋਂ ਭਾਵ ਹੈ ਡੱਡੂ, ਮੋਰ ਤੇ ਲਵੰਤੇ ਤੋਂ ਭਾਵ ਹੈ ਯਾਨੀ ਕਿ ਲਗਾਤਾਰ ਬੋਲ ਰਹੇ ਹਨ, ਕਿਉਂਕਿ ਮੀਂਹ ਪੈ ਰਿਹਾ ਹੈ। ਮੀਂਹ ਦੇ ਵਿੱਚ ਮੈਂਡਕ ਵੀ ਜਿਹੜੇ ਨੇ ਉਹ ਟਟਰਾਉਣਗੇ, ਮੋਰ ਵੀ ਬੜੀਆਂ ਮਿੱਠੀਆਂ ਜੋ ਹੈ ਆਪਣੀਆਂ ਕੂਕਾਂ ਮਾਰਨਗੇ। ਲਵੰਤੇ ਯਾਨੀ ਕਿ ਨਿਰੰਤਰ ਉਹ ਬੋਲ ਰਹੇ ਹਨ। ਕਿਉਂ ਸੁਖ ਬਾਲੀ, ਇਸ ਅਵਸਥਾ ਦੇ ਵਿੱਚ ਜੋ ਬਾਲੀ ਉਮਰ ਹੈ, ਜੋ ਜਵਾਨੀ ਦੀ ਉਮਰ ਹੈ, ਉਹ ਮਨੁੱਖ ਜੋ ਹੈ ਇਸ ਭਿਆਨਕ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਸੁਖੀ ਰਹਿ ਸਕਦਾ ਹੈ। ਪ੍ਰਿਯੋ ਪ੍ਰਿਯੋ ਚਵੈ ਬਬੀਹਾ, ਕਿਉਂਕਿ ਪਪੀਹਾ ਵੀ ਨਿਰੰਤਰ ਆਪਣੇ ਪ੍ਰੀਤਮ ਪਿਆਰੇ ਨੂੰ ਯਾਦ ਕਰਦਾ ਹੋਇਆ ਬੜੇ ਮਿੱਠੇ ਬੋਲ ਅਲਾਪ ਰਿਹਾ ਹੈ। ਬਬੀਹਾ ਬੋਲੇ ਭੁਯੰਗਮ, ਭੁਯੰਗਮ ਤੋਂ ਭਾਵ ਹੈ ਸੱਪ। ਫਿਰ ਹੈ ਡਸੰਤੇ,
क्योंकि 4 चफेरे पानी भर गया है। जो सप है वो खुड्डां दे विचों निकल के 4 चफेरे घरां विच कह सकदे हो प्रवेश कर गए ने। ते सप जो है बड़ा जहरीला जंतु है, इसलिए क्योंकि ਉਹਦੇ घर ਦੇ ਵਿੱਚ पानी भर जाण सदका वो 4 चफेरे डसदा फिरदा है। प्रियो प्रियो चवै बबीहा बोलै भुयंगम फिर है डसंते। पपीहा तो मिठे बोल अलाप रहा है, तो सप जो है वो डस रहा है, बड़ा जहरीला है। क्यों डस रहा है? क्योंकि उसनों अपने घर दे विचों बाहर निकलना पिया है। जो बाहर निकलेगा उसनों लुकण लई जगह नहीं है, तो वो नैचुरली है जो बारिश की रुत दे विच हनेरी रात है तो जे किसी का पैर उस पर आ गया तो वो डस जाएगा। मच्छर डंग सायर भर सूबर बिन हरी क्यों सुख पाइए। दूजे पासे बारिश पैण दे नाल मच्छर इन्ना ज़्यादा वध गया है वातावरण दे विच कि वो भी डंग मारदा फिरदा है। सायर भर सूबर, क्योंकि 4 चफेरे धरती जिहड़ी है समुद्र का रूप धारण कर चुकी है, नक्को नक भर गया है। जो 4 चफेरे छप्पड़ हैं छोटे छोटे पानी के, जिथे भी पानी नीवियां थावां से खड़ के धरती एक दरिया का रूप धारण कर चुकी है। भादो साउण के महीने में निरंतर मीह पैण करके भादो के महीने दे विच हुमस करके मच्छर बहुत ज़्यादा मक्खी पैदा हो जाते हैं। तो इस तरह ये सारे जिहड़े कुदरती जीव हैं ये मनुख नूं होर भी परेशान करते हैं। तो इहो जिहियां व्याकुल परिस्थितियां दे विच, ना खुशगवार परिस्थितियां दे विच जीव जो है किस तरह सुख पा सकता है। नानक पूछ चलो गुर अपने जह प्रभ तह ही जाइए। गुरु नानक देव जी फरमा रहे ने कि जेकर अजिही अवस्था दे विच जीव नूं संसार दे उत्ते कोई उसका मार्गदर्शन करने वाला कोई पहुँचा होया गुरु नसीब हो जाए, ਉਹੀ ਉਸਨੂੰ सही रस्ते का ज्ञान करवा सकता है। और गुरु तो सही राह की पछाण करके मनुख उस प्रभु प्रियतम प्यारे दे दीदार करन दे राह ते पंध ते तुर सकता है। पर उस दे लई उस पंध का ज्ञान होना जरूरी है। और वो ज्ञान कित्थों मिलेगा? गुरु तो, क्योंकि गुर नानक पूछ चलो गुर अपने जह प्रभ तह ही जाइए, कि इस अवस्था दे विच आप सच्चे गुरु नूं धारण करके उस तो प्रभु नूं पाउण दा राह पुछ के उस रस्ते ते चलण दी कोशिश जे कोई जीव या प्राणी जो इस संसार ते करदा है, वो अंत अपने उस प्रियतम परमात्मा की प्राप्ति कर लैंदा है। मंगर महाभला हर गुण अंग समावे। गुरुदेव फरमा रहे हैं कि मगर का महीना जो है वो भी बड़ा सुहावना है। क्यों सुहावना है या सुहावना किस नूं लगता है? हरि गुण अंक समावे, जिस जीव रूपी मनुख दे हिरदे दे विच प्रभु का वास हो जाता है, या प्रभु उसनूं अपने अंक विच अपने कलावे विच अपनी गोद दे विच समा लैंदा है। गुणवंती गुण रवै, गुणवंती गुण रवै भाव जो सच्चियां सुचियां जीवात्मावां हैं इस संसार के उत्ते आके जेकर वो रवै यानी कि प्रभु के नाम का सिमरन करदियां हैं, आराधदियां हैं उसनूं, मैं फिर निश्चल पावे। क्योंकि जो प्रभु के नाम विच रंगियां हुई जीवात्मावां हैं वो तो निरंतर प्रभु के नाम का सिमरन करदियां हैं, पर जिन्हां हिरदियां दे विच हौमै है या मनमुखता वाली स्थिति है, वो उस प्रियतम प्यारे नूं कदे भी पा नहीं सकदियां, चंगियां नहीं लग सकदियां। वो जो निश्चल है, जो सदा स्थिर रहने वाला है, इस संसार दे दा आधार है। निश्चल चतुर सुजान विधाता चंचल जगत सबाया। उस ब्रह्मंडी जोत ने जो निश्चल है, जो ना आवे ना जावे दी स्थिति विच है, सदा स्थाई है, चतुर है, बड़ा समझदार सूझवान सियाणा विधाता, सारी सृष्टि दे जो कर्म ने उन्हां दा लेखा जोखा रखने वाला, उसी ने ही इस चंचल अस्थिर समाज की सिरजना की है, बनाया है। भाव इस चंचल इस अस्थिर समाज दे विच मनुख नूं भेज के इस संसार विच रहिंदियां होइयां जो जीव अपना हिरदा जो है सकारात्मक विचारां दे नाल भरिया रखेगा या चंगे कर्म करेगा, हर पल
ਭਲਾ ਸੋਚੇਗਾ, ਸਮਾਜ ਕਲਿਆਣ ਦੀ ਗੱਲ ਕਰੇਗਾ, ਅਜਿਹਾ ਜੀਵ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਉੱਚਾ ਉੱਠ ਜਾਂਦਾ ਹੈ, ਜਾਂ ਉਸ ਦਾ ਪਿਆਰ ਜਾਂ ਉਸ ਨੂੰ ਰੱਬੀ ਬਖਸ਼ਿਸ਼ ਜਾਂ ਮਿਹਰ ਦੀ ਪ੍ਰਾਪਤੀ ਹੋ ਜਾਂਦੀ ਹੈ। ਅਜਿਹਾ ਜੀਵ ਇਸ ਚੰਚਲ ਜਗਤ ਦੇ ਵਿੱਚ ਆ ਕੇ, ਇਸ ਜਗਤ ਦੀ ਵੀ ਸਿਰਜਣਾ ਉਸੇ ਬ੍ਰਹਿਮੰਡੀ ਜੋਤ ਨੇ ਕੀਤੀ ਹੈ। ਇਹ ਕਹਿ ਸਕਦੇ ਹਾਂ ਕਿ ਇੱਕ ਪ੍ਰੀਖਿਆ ਭਵਨ ਹੈ ਇਸ ਸੰਸਾਰ ਮਨੁੱਖ ਦੇ ਲਈ। ਔਰ ਇਸ ਸੰਸਾਰ ਦੇ ਵਿੱਚ ਆ ਕੇ ਮਨੁੱਖ ਜੇਕਰ ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ ਪਾਸੇ ਲਾ ਲੈਂਦਾ ਹੈ, ਉਸ ਮਨੁੱਖ ਦਾ ਆਉਣਾ ਇਸ ਸੰਸਾਰ 'ਤੇ ਸਫਲ ਹੋ ਜਾਂਦਾ ਹੈ। ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਫਿਰ ਗੁਰੂਦੇਵ ਕਹਿ ਰਹੇ ਨੇ ਕਿ ਉਸ ਦੀ ਬੰਦਗੀ ਕਿਵੇਂ ਹੋ ਸਕਦੀ ਹੈ, ਜੇਕਰ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋਵੇ ਕਿ ਉਸ ਦਾ ਇਸ ਸੰਸਾਰ 'ਤੇ ਆਗਮਨ ਦਾ ਮਕਸਦ ਕੀ ਹੈ। ਧਿਆਨ ਯਾਨੀ ਕਿ ਜੇਕਰ ਮਨੁੱਖ ਆਪੇ ਵੱਲ ਧਿਆਨ ਦੇਵੇਗਾ, ਆਪਣੇ ਹਿਰਦੇ ਨੂੰ, ਆਪਣੀਆਂ ਮਨੋਬਿਰਤੀਆਂ ਨੂੰ ਵਸ ਵਿੱਚ ਕਰਕੇ, ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਵਸਾ ਕੇ, ਉਸ ਨੂੰ ਹਾਜ਼ਰ ਨਾਜ਼ਰ ਜਾਂ ਅੰਗ ਸੰਗ ਮਾਣ ਕੇ ਹਰ ਪਲ ਆਪਣੀ ਬਿਰਤੀ ਨੂੰ, ਆਪਣੀ ਸੋਚ ਨੂੰ ਸਿੱਧੇ ਰਾਹੇ 'ਤੇ ਚਲਾਉਂਦਿਆਂ ਹੋਇਆਂ ਆਪਣੇ ਕਰਮ ਕਰੇਗਾ। ਗੁਣ ਅੰਕ ਸਮਾਣਾ, ਆਪਣੇ ਹਿਰਦੇ ਦੇ ਵਿੱਚ ਉਹ ਸਾਰੀਆਂ ਚੰਗਿਆਈਆਂ ਨੂੰ ਵਸਾ ਲਏਗਾ ਜਿਹੜੀਆਂ ਪ੍ਰਭੂ ਨੂੰ ਭਾਉਂਦੀਆਂ ਹਨ। ਗੁਣ ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਅਤੇ ਇਹ ਗਿਆਨ ਧਿਆਨ, ਇਹ ਬੰਦਗੀ ਜਿਹੜੀ ਹੈ, ਸ਼ੁਭ ਕਰਮ ਕਿਵੇਂ ਹੋ ਸਕਦੇ ਹਨ, ਜੇ ਪ੍ਰਭੂ ਨੂੰ ਭਾਵੇ। ਭਾਵ ਪ੍ਰਭੂ ਆਪਣੀ ਮਿਹਰ ਸਦਕਾ ਜੀਵ ਨੂੰ ਚੰਗੇ ਪਾਸੇ ਲਾਉਂਦਾ ਹੈ। ਜੇਕਰ ਜੀਵ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ, ਉਹ ਜੀਵ ਇਸ ਸੰਸਾਰ 'ਤੇ ਇਹ ਚੰਗੇ ਕਰਮਾਂ ਦਾ ਭਾਗੀ ਬਣ ਜਾਂਦਾ ਹੈ। ਗੀਤ ਨਾਦ ਕਵਿਤਾ ਕਵੇ, ਸੁਣ ਰਾਮ ਨਾਮ ਦੁਖ ਭਾਗੇ। ਅਜਿਹਾ ਜੀਵ ਜੋ ਹੈ ਗੀਤ ਨਾਦ ਭਾਵ ਪ੍ਰਭੂ ਦੀ ਬੰਦਗੀ, ਪ੍ਰਭੂ ਦੀ ਬਾਣੀ, ਉਸ ਦੀ ਬਾਣੀ ਦਾ ਜੋ ਹੈ ਪਾਠ ਜਾਂ ਉਸ ਦੀ ਬਾਣੀ ਦਾ ਗਾਇਨ, ਕਵਿਤਾ, ਚੰਗੀ ਜੋ ਹੈ ਸਕਾਰਾਤਮਕ ਬਾਣੀ ਦੀ ਪਾਠ ਕਰਨਾ, ਉਸ ਨੂੰ ਕਹਿਣਾ, ਉਸ ਨੂੰ ਸੁਣਨਾ। ਭਾਵ ਜਿਹੜਾ ਜੀਵ ਇਸ ਸੰਸਾਰ 'ਤੇ ਆ ਕੇ ਪ੍ਰਭੂ ਦੀ ਬੰਦਗੀ ਕਰਦਾ ਹੈ, ਆਪਣੀ ਰਸਨਾ ਦੇ ਨਾਲ, ਆਪਣੇ ਮਨ ਵਚਨ ਕਰਮ ਤੋਂ ਸ਼ੁੱਧ ਹੁੰਦਾ ਹੈ, ਅਤੇ ਰਾਮ ਨਾਮ ਦੇ ਇਹਨਾਂ ਸ਼ੁੱਧ ਕਰਮਾਂ ਸਦਕਾ, ਸ਼ੁਭ ਕਰਮਾਂ ਸਦਕਾ ਉਸ ਦੇ ਹਿਰਦੇ ਵਿੱਚੋਂ ਸਾਰੇ ਦੁੱਖਾਂ ਦਾ ਵਿਨਾਸ਼ ਹੋ ਜਾਂਦਾ ਹੈ। ਉਸ ਦੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ, ਕਸ਼ਟਾਂ, ਕਲੇਸ਼ਾਂ ਦਾ ਜੋ ਹੈ ਸੰਕਟ ਖਤਮ ਹੋ ਜਾਂਦਾ ਹੈ। ਨਾਨਕ ਸਾਧਨ ਨਾਹ ਪਿਆਰੀ, ਅਬ ਭਗਤੀ ਪਿਰ ਆ ਗਏ। ਗੁਰੂ ਨਾਨਕ ਦੇਵ ਜੀ ਕਹਿ ਰਹੇ ਨੇ ਕਿ ਜਿਹੜਾ ਜੀਵ ਇਸ ਸੰਸਾਰ 'ਤੇ ਆ ਕੇ ਉਸ ਪ੍ਰਭੂ ਪ੍ਰਿਯਤਮ ਪਿਆਰੇ ਨੂੰ ਯਾਦ ਕਰਦਾ ਹੈ, ਨਾਨਕ ਸਾਧਨ ਪਿਆਰੀ ਅਬ ਭਗਤੀ ਪਿਰ ਆ ਗਏ। ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਅਜਿਹੀ ਸਾਧਨ ਭਾਵ ਜੀਵ ਰੂਪੀ ਜੋ ਇਸਤਰੀ ਹੈ, ਜਿਹੜੀ ਆਪਣੇ ਮਨ ਨੂੰ ਵਸ ਵਿੱਚ ਕਰਕੇ, ਸਾਧਨਾ ਭਗਤੀ ਕਰਕੇ ਉਸ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੀ ਹੈ, ਉਹ ਤਾਂ ਪ੍ਰਭੂ ਨੂੰ ਚੰਗੀ ਲੱਗਦੀ ਹੈ। ਪਰ ਜਿਹੜੀ ਨਹੀਂ ਵਸਾਉਂਦੀ, ਉਸ ਦਾ ਆਉਣਾ ਇਸ ਸੰਸਾਰ 'ਤੇ ਸਫਲ ਨਹੀਂ ਹੁੰਦਾ। ਅਤੇ ਇਸ ਤੋਂ ਬਾਅਦ ਫਿਰ ਜੋ ਹੈ ਉਸ ਦਾ ਇਸ ਸੰਸਾਰ ਦੇ ਵਿੱਚ ਜਦੋਂ ਵਕਤ ਵਿਹਾ ਗਿਆ, ਉਸ ਵੇਲੇ ਉਸ ਦੀ ਬੰਦਗੀ ਜਿਹੜੀ ਹੈ ਕੀਤੀ ਨਾ ਕੀਤੀ ਕਿਸੇ ਕੰਮ ਨਹੀਂ ਆਏਗੀ। ਕਿਉਂਕਿ ਜਿਹੜਾ ਜੀਵ ਇਸ ਸੰਸਾਰ 'ਤੇ ਚੰਗੇ ਕਰਮ ਕਰੇਗਾ, ਉਹ ਆਪਣੇ ਚੰਗੇ ਕਰਮਾਂ ਸਦਕਾ ਹੀ ਦਰਗਾਹ ਦੇ ਵਿੱਚ ਉਸ ਦਾ ਮਾਣ ਹੋ ਸਕਦਾ ਹੈ। ਪੋਖ ਤੁਕਾਰ ਪੜ੍ਹੈ ਵਣ ਤ੍ਰਿਣ ਰਸ ਸੁਖ ਹੈ। ਪੋਖ ਯਾਨੀ ਕਿ ਪੋਹ ਦੇ ਮਹੀਨੇ ਦੇ ਵਿੱਚ ਤੁਖਾਰ, ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਬਹੁਤ ਜ਼ਿਆਦਾ ਪਾਲਾ ਜਾਂ ਕੱਕਰ ਪੈਂਦਾ ਹੈ, ਕਹਿ ਸਕਦੇ ਹਾਂ। ਕੱਕਰ ਪੜ੍ਹੈ, ਪੋਖ ਤੁਖਾਰ ਪੜ੍ਹੈ, ਬੜਾ ਪਾਲਾ ਕੱਕਰ ਪੈਂਦਾ ਹੈ। ਵਣ ਤ੍ਰਿਣ, ਇੱਥੋਂ ਤੱਕ ਕਿ ਸਾਰੀ ਵਣਸਪਤੀ ਜੋ ਘਾਹ ਤੱਕ ਵੀ ਰਸ ਸੁੱਕ ਹੈ, ਉਸ ਦਾ ਰਸ ਜਾਂ ਹਰਿਆਵਲ ਖਤਮ ਹੋ ਜਾਂਦੀ ਹੈ। ਤੁਸੀਂ ਆਮ ਦੇਖਿਆ ਹੈ ਕਿ ਇਸ ਪੋਹ ਦੇ ਮਹੀਨੇ ਦੇ ਵਿੱਚ ਇੰਨੀ ਠੰਡ ਪੈਂਦੀ ਹੈ ਕਿ ਰੁੱਖਾਂ ਦੀਆਂ ਟੀਸੀਆਂ ਦੇ ਪੱਤੇ ਜਿਹੜੇ ਨੇ ਉਹ ਸੜ ਕੇ ਕਾਲੇ ਹੋ ਜਾਂਦੇ ਹਨ। ਉਹਨਾਂ ਦਾ ਰਸ ਕਿਉਂਕਿ ਚੂਸਿਆ ਜਾਂਦਾ ਹੈ। ਜੋ ਕੱਕਰ ਹੈ ਉਹ ਰਸ ਨੂੰ ਚੂਸ ਲੈਂਦਾ ਹੈ ਬਰਫ਼ ਪੈਣ ਸਦਕਾ, ਅਤੇ ਘਾਹ ਵੀ ਸੁੱਕ ਜਾਂਦਾ ਹੈ। ਆਵਤ ਕੀ ਨਾਹੀ ਮਨ ਤਨ ਵਸੈ ਦੁਖ ਹੈ। ਇਸ ਲਈ ਇਸ ਮਹੀਨੇ ਦੇ ਵਿੱਚ ਗੁਰੂਦੇਵ ਫਰਮਾ ਰਹੇ ਨੇ ਕਿ ਜੀਵ ਆਤਮਾ ਇਹ ਸੋਚ ਰਹੀ ਹੈ ਕਿ ਹੇ ਪ੍ਰਿਯਤਮ, ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮੇਰਾ ਤਾਂ ਜੀਵਨ ਜਿਹੜਾ ਹੈ, ਭਾਵ ਸਰੀਰ, ਇਹ ਦੇਹ ਜਿਹੜੀ ਹੈ, ਤੇਰੇ ਵਿਯੋਗ ਦੇ ਵਿੱਚ ਸੁੱਕ ਕੇ ਤੀਲੇ ਸਮਾਨ ਹੋ ਗਈ ਹੈ।
ਤੂੰ ਅਜੇ ਵੀ ਮੇਰੇ ਉੱਪਰ ਰਹਿਮਤ ਕਰਕੇ, ਮਿਹਰ ਕਰਕੇ ਮੇਰੇ ਹਿਰਦੇ ਵਿੱਚ ਪ੍ਰਵੇਸ਼ ਨਹੀਂ ਕਰ ਰਿਹਾ, ਜੀਵ ਦੇ ਉੱਪਰ ਇੰਨੀ ਮਿਹਰ ਕਿਰਪਾ ਕਿਉਂ ਨਹੀਂ ਕਰ ਰਿਹਾ? ਆਵਤ ਕੀ ਨਹੀਂ, ਕਿਉਂ ਨਹੀਂ ਆਉਂਦਾ? ਮਨ ਤਨ ਵਸੈ ਮੁਖੇ, ਕਿਉਂਕਿ ਮੈਂ ਤਾਂ ਤੈਨੂੰ ਆਪਣੇ ਮਨ, ਆਪਣੇ ਹਿਰਦੇ ਵਿੱਚ, ਆਪਣੇ ਤਨ, ਇੱਥੋਂ ਤੱਕ ਕਿ ਰੋਮ ਰੋਮ ਦੇ ਵਿੱਚ ਵਸਾਇਆ ਹੋਇਆ ਹੈ। ਹਰ ਪਲ, ਹਰ ਘੜੀ ਮੁਖ ਦੇ ਵਿੱਚੋਂ ਤੈਨੂੰ ਸਿਮਰਦੀ ਹਾਂ, ਤੈਨੂੰ ਆਰਾਧਦੀ ਹਾਂ। ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸਬਦੀ ਰੰਗ ਮਾਣੀ। ਕਿਉਂਕਿ ਮੇਰੇ ਮਨ ਦੇ ਵਿੱਚ, ਮੇਰੇ ਤਨ ਦੇ ਵਿੱਚ ਰਵ ਰਹਿਆ, ਰਮਿਆ ਹੋਇਆ ਹੈ ਕੌਣ? ਜਗ ਜੀਵਨ, ਸਾਰੀ ਸ੍ਰਿਸ਼ਟੀ ਦਾ ਦਾਤਾ ਜੋ ਹੈ ਜਨਕ, ਗੁਰ ਸਬਦੀ ਰੰਗ ਮਾਣੀ। ਤੇ ਉਸ ਦੇ ਜੋ ਪਿਆਰ ਹੈ, ਉਸ ਦੀ ਮਿਹਰ ਨੂੰ ਨਾਮ ਸ਼ਬਦ ਦੇ ਨਾਲ ਜੋੜ ਕੇ ਹੀ ਜੀਵ ਇਸ ਸੰਸਾਰ ਦੇ ਵਿੱਚ ਰੰਗ ਖੁਸ਼ੀਆਂ ਭਾਗ ਮਾਣ ਸਕਦਾ ਹੈ। ਅੰਡਜ ਜੇਰਜ ਸੇਤਜ ਉਤਬਜ। ਅੰਡਜ ਤੋਂ ਭਾਵ ਹੈ ਜੋ ਜੀਵ ਅੰਡੇ ਤੋਂ ਪੈਦਾ ਹੋਏ ਨੇ, ਭਾਵ ਪੰਛੀ, ਪੰਛੀ ਅੰਡੇ ਤੋਂ ਪੈਦਾ ਹੋਏ ਨੇ। ਜੇਰਜ ਪਸ਼ੂ ਜੋ ਨੇ ਉਹ ਜੇਰ ਤੋਂ ਪੈਦਾ ਹੋਏ ਨੇ। ਸੇਤਜ ਤੇ ਕੁਝ ਅਜਿਹੇ ਜੀਵ ਨੇ ਜੋ ਸੇਤਜ ਤੋਂ ਭਾਵ ਪਸੀਨੇ ਤੋਂ, ਕਹਿ ਸਕਦੇ ਹਾਂ ਅਸੀਂ, ਜਿਵੇਂ ਕੁਝ ਚੀਜ਼ਾਂ ਆਪਣੇ ਆਪ ਹੀ ਪੈਦਾ ਹੋ ਜਾਂਦੀਆਂ ਨੇ, ਜਿਵੇਂ ਵੰਨ ਸੁਵੰਨੇ ਕੀਟਾਣੂ ਪੈਦਾ ਹੋ ਜਾਂਦੇ ਨੇ, ਸਰੀਰ ਦੇ ਵਿੱਚ ਬਹੁਤ ਸਾਰੇ ਰੋਗ ਪੈਦਾ ਹੋ ਜਾਂਦੇ ਨੇ, ਉਹ ਕਿਸੇ ਨਾ ਕਿਸੇ ਵਿਸ਼ਾਣੂ, ਕਿਸੇ ਨਾ ਕਿਸੇ ਕੀਟਾਣੂ ਕਰਕੇ ਪੈਦਾ ਹੁੰਦੇ ਨੇ। ਇਹ ਸੇਤਜ ਇਸ ਨੂੰ ਕਿਹਾ ਜਾਂਦਾ ਹੈ। ਉਤਪੁਜ ਭਾਵ ਜੋ ਧਰਤੀ ਤੋਂ ਜਿਨ੍ਹਾਂ ਦੀ ਪੈਦਾਇਸ਼ ਹੁੰਦੀ ਹੈ। ਘਟ ਘਟ ਜੋਤ ਸਮਾਨੀ ਭਾਵ ਇਸ ਸੰਸਾਰ ਦਾ ਹਰ ਪ੍ਰਾਣੀ, ਭਾਵੇਂ ਉਹ ਅੰਡਜ ਤੋਂ ਪੈਦਾ ਹੋਇਆ ਹੈ, ਭਾਵੇਂ ਜੇਰਜ ਤੋਂ, ਸੇਤਜ ਤੋਂ ਜਾਂ ਉਤਪਜ ਤੋਂ ਜਾਂ ਧਰਤੀ ਤੋਂ ਉਸ ਦਾ ਵਿਕਾਸ ਹੋਇਆ ਹੈ। ਘਟ ਘਟ ਜੋਤ ਸਮਾਣੀ, ਕਿਉਂਕਿ ਪਰਮਾਤਮਾ ਕਣ ਕਣ ਦੇ ਵਿੱਚ ਵਿਆਪਤ ਹੈ, ਇਸ ਲਈ ਹਰ ਜੀਵ ਦੇ ਵਿੱਚ ਉਸ ਦੀ ਜੋਤ ਰਮੀ ਹੋਈ ਹੈ, ਸਮਾਈ ਹੋਈ ਹੈ। ਦਰਸ਼ਨ ਦੇਹ ਦਇਆ ਪਤ ਦਾਤੇ, ਗਤ ਪਾਵਹੁ ਮਤ ਦੇਹੁ। ਗੁਰੂਦੇਵ ਫਰਮਾ ਰਹੇ ਨੇ ਕਿ ਹੇ ਪ੍ਰੀਤਮ ਪਿਆਰੇ, ਜਦੋਂ ਤੂੰ ਕਣ ਕਣ ਦੇ ਵਿੱਚ, ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ, ਤੇ ਇਸ ਜੀਵ ਦੇ ਉੱਪਰ ਵੀ ਰਹਿਮਤ ਕਰ, ਇਸ ਨੂੰ ਦਰਸ਼ਨ ਦੇ, ਆਪਣੀ ਦਇਆ ਕਰਕੇ। ਪਤ ਦਾਤੇ, ਇਸ ਸੰਸਾਰ ਤੇ ਜੀਵ ਦੀ ਹੇ ਲਾਜ ਰੱਖਣ ਵਾਲੇ ਦਾਤੇ, ਰਹਿਮਤਾਂ ਦੇ ਸਾਗਰ। ਗਤ ਪਾਵਹੁ ਮਤ ਦੇਹੋ, ਮੇਰੀ ਵੀ ਇਸ ਸੰਸਾਰਿਕ ਭਵ ਸਾਗਰ ਤੋਂ ਗਤੀ ਜੋ ਹੈ ਹੋਵੇ, ਮੁਕਤੀ ਹੋਵੇ। ਮੇਰੇ ਜੋ ਹੈ ਮੈਨੂੰ ਅਜਿਹੀ ਮਤ ਜਾਂ ਬੁੱਧੀ ਜੀਵ ਨੂੰ ਬਖਸ਼ਿਸ਼ ਕਰ। ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ। ਭਾਵ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਕਿ ਨਾਨਕ ਰੰਗ ਰਵੈ, ਜਿਸ ਜੀਵ ਦੇ ਉੱਪਰ ਪਰਮਾਤਮਾ ਰਹਿਮਤ ਕਰਦਾ ਹੈ, ਆਪਣੇ ਨਾਮ ਦੇ ਰੰਗ ਦੀ ਮੈਂ ਬਾਰਿਸ਼ ਕਰਦਾ ਹੈ, ਉਹ ਉਸ ਨਾਮ ਦੇ ਰੰਗ ਵਿੱਚ ਰਤਿਆ ਹੋਇਆ, ਰੰਗਿਆ ਹੋਇਆ ਜੀਵ ਹਰ ਪਲ, ਹਰ ਘੜੀ ਉਸ ਨੂੰ ਰਵਦਾ ਹੈ, ਭਾਵ ਆਰਾਧਦਾ ਹੈ, ਸਿਮਰਦਾ ਹੈ। ਕਿਸ ਤੋਂ? ਆਪਣੀ ਰਸਨਾ ਤੋਂ, ਰਸਨਾ ਤੋਂ ਸਿਮਰਨ ਸਦਕਾ, ਆਪਣੀ ਲਿਵ ਉਸ ਪ੍ਰਭੂ ਨਾਲ ਜੋੜਨ ਸਦਕਾ ਉਸ ਦੀ ਜੀਵਨ ਜੋ ਹੈ ਰਸ ਭਰਪੂਰ ਹੋ ਜਾਂਦਾ ਹੈ, ਖੁਸ਼ੀਆਂ ਖੇੜਿਆਂ ਦੇ ਨਾਲ ਭਰ ਜਾਂਦਾ ਹੈ। ਭਾਵ ਦੁਨਿਆਵੀ ਆਨੰਦ ਅਤੇ ਅਧਿਆਤਮਕ ਹਰ ਤਰ੍ਹਾਂ ਦੇ ਆਨੰਦ, ਸੁੱਖਾਂ, ਖੁਸ਼ੀਆਂ ਦੀ ਮਨੁੱਖ ਨੂੰ ਪ੍ਰਾਪਤੀ ਹੋ ਜਾਂਦੀ ਹੈ। ਹਰਸਿਓ ਪ੍ਰੀਤ ਸਨੇਹੋ ਕਿਵੇਂ ਹੋ ਜਾਂਦੀ ਹੈ? ਜਿਹੜਾ ਜੀਵ ਸੱਚੇ ਦਿਲੋਂ ਪਰਮਾਤਮਾ ਦੇ ਨਾਲ ਸਨੇਹ ਕਰਦਾ ਹੈ, ਮੋਹ ਪਾ ਲੈਂਦਾ ਹੈ, ਉਸ ਦੇ ਨਾਲ ਪ੍ਰੀਤ ਕਰਦਾ ਹੈ, ਉਸ ਦੇ ਨਾਲ ਜੋ ਹੈ ਉਸ ਪ੍ਰਭੂ ਵੀ ਆਪਣਾ ਸਨੇਹ ਦੀ ਬਾਰਿਸ਼ ਉਸ ਦੇ ਜੀਵ ਦੇ ਉੱਤੇ ਕਰਕੇ ਉਸ ਦੀ ਜ਼ਿੰਦਗੀ ਖੁਸ਼ੀਆਂ ਦੇ ਨਾਲ, ਪ੍ਰੇਮ ਦੇ ਨਾਲ ਭਰਪੂਰ ਕਰ ਦਿੰਦਾ ਹੈ। ਧੰਨਵਾਦ।